ਹੈਡਿੰਗ ਦੇਖ ਰਹੇ ਹੋ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡਾਇਰੀ। ਅੱਜ ਸਾਡੇ ਨਾਲ ਮੌਜੂਦ ਨੇ ਸਰਦਾਰ ਗੁਰਚਰਨ ਸਿੰਘ, ਜਿਹੜੇ ਫਰੀਦਕੋਟ ਦੇ ਨਿਵਾਸੀ ਨੇ। 1971 ਦੀ ਜੰਗ ਲੜ ਚੁੱਕੇ ਨੇ, ਬੜੇ ਮੈਡਲ ਲਏ ਨੇ ਇਹਨਾਂ ਨੇ। ਆਪਾਂ ਉਹਨਾਂ ਕੋਲੇ ਪਹੁੰਚੇ ਹਾਂ ਕਿਉਂਕਿ 71 ਦੀ ਜੰਗ ਨੂੰ 50 ਸਾਲ ਹੋ ਚੁੱਕੇ ਨੇ। ਸਾਰਾ ਦੇਸ਼ ਇਸ ਦਿਨ ਨੂੰ ਮਨਾ ਰਿਹਾ, ਫੌਜ ਮਨਾ ਰਹੀ ਹੈ। ਤੇ ਇਸ ਦਿਨ ਇਹਨਾਂ ਹੀਰੋਜ਼ ਦਾ ਗੱਲ ਨਾ ਕਰੀਏ ਆਪਾਂ, ਜਿਹੜੇ ਫੌਜ ਦੇ ਹੀਰੋ ਨੇ ਜਿਨ੍ਹਾਂ ਨੇ ਜੰਗਾਂ ਦੇ ਵਿੱਚ ਹਿੱਸਾ ਲਿਆ, ਤਾਂ ਇਹ ਅਤਕਥ ਨਹੀਂ ਹੋਊਗੀ। ਇਸ ਲਈ ਅਸੀਂ ਅੱਜ ਫਰੀਦਕੋਟ ਦੇ ਵਿੱਚ ਉਹਨਾਂ ਕੋਲੇ ਪਹੁੰਚੇ ਹਾਂ ਤੇ ਪੁੱਛਦੇ ਹਾਂ ਉਹਨਾਂ ਦੀ ਜੀਵਨ ਦੇ ਵਿੱਚ ਕਿਹੜੀਆਂ-ਕਿਹੜੀਆਂ ਜੰਗਾਂ ਉਹਨਾਂ ਦੇ ਵਿੱਚ ਆਈਆਂ ਤੇ ਕਿਹੜੀਆਂ-ਕਿਹੜੀਆਂ ਜੰਗਾਂ ਦੇ ਵਿੱਚ ਉਹਨਾਂ ਨੇ ਭਾਗ ਲਿਆ, ਕੀ ਕੁਛ ਇੰਟਰਸਟਿੰਗ ਕੋਈ ਦਿਲਚਸਪ ਕਿੱਸੇ ਉੱਥੋਂ ਦੇ ਰਹੇ, ਜਾਂ ਕਿਸ ਤਰ੍ਹਾਂ ਦੇ ਉੱਥੇ ਹਾਲਾਤ ਹੁੰਦੇ ਸੀ ਜਦੋਂ ਜੰਗਾਂ ਲੱਗਦੀਆਂ। ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਸਵਾਗਤ ਕਰਦੇ ਹਾਂ ਸਰ ਤੁਹਾਡਾ। ਥੈਂਕ ਯੂ। ਕਿੱਥੇ ਤੁਸੀਂ ਸਭ ਤੋਂ ਪਹਿਲਾਂ ਦੱਸੋ, ਕਿੱਥੇ ਰਹੇ ਹੋ ਤੁਸੀਂ ਜੰਗਾਂ ਦੇ ਦੌਰਾਨ ਜਾਂ ਆਪਦੀ ਮਿਲਟਰੀ ਦੀ ਸਰਵਿਸ ਦੇ ਦੌਰਾਨ? ਮੈਂ ਮਿਲਟਰੀ 'ਚ ਇਨਰੋਲਮੈਂਟ ਤੋਂ ਬਾਅਦ ਸਭ ਤੋਂ ਪਹਿਲਾਂ ਲਖਨਊ ਮੇਰੀ ਟ੍ਰੇਨਿੰਗ ਸੀ। AMC ਆਰਮੀ ਮੈਡੀਕਲ ਕੋਰ, ਮੇਰਾ ਨਰਸਿੰਗ ਅਸਿਸਟੈਂਟ ਟ੍ਰੇਡ ਸੀਗਾ। ਔਰ ਟ੍ਰੇਨਿੰਗ ਕਰਨ ਤੋਂ ਬਾਅਦ ਸੈਕੰਡ ਪੋਸਟ ਮੇਰੀ ਇਲਾਹਾਬਾਦ MH ਗਈ ਜੀ। ਕਲਾਸ 3 ਵਾਸਤੇ ਕੋਰਸ ਹੁੰਦੇ ਆ ਸਾਡੇ 4 3 2 1। ਉਸ ਤੋਂ ਬਾਅਦ 3 ਕਰਨ ਤੋਂ ਬਾਅਦ ਮੇਰੀ MH ਬਰੇਲੀ ਪੋਸਟਿੰਗ ਆਈ। MH ਬਰੇਲੀ ਮੈਂ ਕਲਾਸ 2 ਕੀਤੀ, ਉੱਥੇ ਪੌਣੇ 3 ਸਾਲ ਮੈਂ ਉੱਥੇ ਰਿਹਾ। ਉਸ ਤੋਂ ਬਾਅਦ ਮੇਰੀ ਪੋਸਟਿੰਗ ਪੂ ਸ਼ਿਮਲਾ ਤੋਂ ਅੱਗੇ ਉੱਪਰ ਚਾਈਨਾ ਬਾਰਡਰ 'ਤੇ, ਉੱਥੇ ਮੈਂ 1.5 ਸਾਲ ਸਰਵਿਸ ਕੀਤੀ। ਉਸ ਤੋਂ ਬਾਅਦ ਮੇਰੀ ਪੋਸਟਿੰਗ ਚੰਡੀਗੜ੍ਹ ਕਲਾਸ 1 ਵਾਸਤੇ ਆਈ। ਉੱਥੇ ਅਸੀਂ ਕੋਰਸ 1 ਸਾਲ ਦੀ ਟ੍ਰੇਨਿੰਗ ਸੀ ਸਾਡੀ। ਟ੍ਰੇਨਿੰਗ ਤੋਂ ਬਾਅਦ ਮੇਰੀ ਪੋਸਟਿੰਗ 12 ਕਮਾਓ ਰੈਜੀਮੈਂਟ ਇਨਫੈਂਟਰੀ ਦੇ ਨਾਲ ਅਟੈਚਮੈਂਟ ਹੋਈ ਸ਼ਾਂਬੇ ਜਾ ਕੇ ਮੈਂ ਉਹਨਾਂ ਦੇ ਨਾਲ 3 4 6 ਮਹੀਨੇ ਰਿਹਾ। ਉਸ ਤੋਂ ਬਾਅਦ ਪਲਟਨ ਜਿਹੜੀ ਸੀਗੀ ਨੇਫਾ ਚਲੀ ਗਈ। ਦੁਆਂਗ ਬਮਡੀਲਾ ਔਰ ਸ਼ੀਲਾ ਟੋਪ ਤੱਕ ਅਸੀਂ ਗਏ। ਸ਼ੀਲਾ ਟੋਪ ਅਸੀਂ ਰਹੇ 1.5 ਸਾਲ। ਉਸ ਤੋਂ ਬਾਅਦ ਮੈਂ ਉੱਥੋਂ ਛੁੱਟੀ ਆਇਆ। ਉਸ ਤੋਂ ਬਾਅਦ ਸਾਡੀ ਪਲਟਨ ਜਿਹੜੀ ਸੀ ਉੱਥੋਂ ਫਿਰ ਮੂਵ ਕਰ ਗਈ, ਗੁਹਾਟੀ ਆ ਗਈ। ਗੁਹਾਟੀ ਤੋਂ ਸਾਨੂੰ ਸਿਲਚਰ ਲੈ ਗਏ, ਜਿਹੜਾ ਕਿ ਉਸ ਟਾਈਮ ਬੰਗਲਾਦੇਸ਼ ਦਾ ਜਿਹੜਾ ਘੁਸਪੈਠ ਸੀ ਉਹ ਚੱਲ ਰਹੀ ਸੀ। ਉੱਥੋਂ ਸਿਲਚਰ ਤੋਂ ਅਸੀਂ 2 ਮਹੀਨੇ ਰਹੇ। ਉੱਥੋਂ ਸਾਨੂੰ ਇੱਕ ਜਗ੍ਹਾ ਹੈਗੀ ਆ ਭਦਰਪੁਰ, ਜਿੱਥੇ ਪੁਰਾਣੇ ਤੇਲ ਕੂਏ ਸੀਗੇ। ਉੱਥੇ ਅਸੀਂ 2 ਮਹੀਨੇ ਰੁਕੇ। ਆਪਣੇ ਸਰਕਾਨੇ ਦੇ ਬਣਾ ਕੇ ਭਾਸ਼ੇ, ਉਹਨਾਂ 'ਚ ਸਾਡੀ ਪਲਟਨ ਜਿਹੜੀ ਸੀ ਰਹੀ। ਔਰ ਪਲਟਨ ਦੇ ਨਾਲ ਅਸੀਂ ਹਮੇਸ਼ਾ ਰਹਿੰਦੇ ਸੀ। ਜੋ ਵੀ ਉਹਨਾਂ ਨੂੰ ਦਵਾਈ ਪਾਣੀ ਦੇਣਾ, ਇੰਜੈਕਸ਼ਨ ਦੇਣਾ, ਉਹ ਸਾਡਾ ਕੰਮ 24 ਘੰਟੇ ਅਸੀਂ ਤਿਆਰ ਰਹਿੰਦੇ ਸੀ। ਉਸ ਤੋਂ ਬਾਅਦ ਉੱਥੋਂ ਪਲਟਨ ਸਾਡੀ ਇੱਕ ਦਿਨ ਸਾਨੂੰ ਆਰਡਰ ਮਿਲਿਆ ਕਿ ਆਪਾਂ ਅਟੈਕ ਕਰਨਾ। ਅਸੀਂ ਬਿਲਕੁਲ ਤਿਆਰੀ ਕਰਕੇ ਨੇੜੇ ਬਾਰਡਰ 'ਤੇ ਚਲੇ ਗਏ। 12 ਵਜੇ ਪਹੁੰਚੇ। ਮੋਰਚਾਬੰਦੀ ਕਰਕੇ ਮੈਂ ਆਪਦਾ ਫਸਟ ਏਡ ਬੈਗ ਜੋ ਸੀ ਮੇਰੇ ਕੋਲ, ਮੈਂ ਲੈ ਕੇ ਮੋਰਚੇ 'ਚ ਚਲਾ ਗਿਆ। ਜਿਹੜੇ ਬੰਗਲਾਦੇਸ਼ 'ਚੋਂ ਲੋਕ ਆਏ ਸੀਗੇ ਸ਼ਰਨਾਰਥੀ, ਉਹਨਾਂ ਦਾ ਕੈਂਪ ਸੀਗਾ। ਉਹਨਾਂ ਦੇ ਕੈਂਪ ਦੇ ਨੇੜੇ ਸਾਡਾ ਕੈਂਪ ਲੱਗ ਗਿਆ। ਉੱਥੇ ਅਸੀਂ ਤਕਰੀਬਨ 2-3 ਮਹੀਨੇ ਰਹੇ। ਉਸ ਤੋਂ ਬਾਅਦ ਅਸੀਂ ਚਲੇ ਗਏ, ਸਾਨੂੰ ਉੱਥੋਂ ਉਠਾ ਕੇ ਦੂਜੀ ਜਗ੍ਹਾ ਅਸੀਂ ਆ ਗਏ ਅਗਰਤਲਾ ਤੋਂ 3 ਤਰੀਕ ਨੂੰ ਸਾਨੂੰ ਆਰਡਰ ਮਿਲਿਆ। ਉੱਥੇ ਸਾਡੀ ਲੋਕੇਸ਼ਨ ਜਿਹੜੀ ਸੀ, ਇੱਕ ਸਕੂਲ ਸੀਗਾ, ਸਕੂਲ ਦੇ ਵਿੱਚ ਸਾਡੀ ਲੋਕੇਸ਼ਨ ਸੀ। ਰਾਤ ਦੇ 12 ਵਜੇ ਐਮਰਜੈਂਸੀ ਡਿਕਲੇਅਰ ਹੋ ਗਈ ਔਰ ਅਗਲੇ ਦਿਨ 4 ਤਰੀਕ ਨੂੰ ਸਾਨੂੰ ਆਰਡਰ ਮਿਲਿਆ। ਅਗਰਤਲਾ ਤੋਂ ਸਾਡੀ ਜਿਹੜੀ ਪੋਸਟ ਸੀਗੀ, ਸਾਡੀ ਆਰਮੀ ਦੀ ਪੋਸਟ ਸੀਗੀ, ਨਾਲ ਬੰਗਲਾਦੇਸ਼ ਦੀ ਪੋਸਟ ਸੀਗੀ। ਉਸ ਤੋਂ ਅਸੀਂ ਸਾਈਡ ਤੋਂ ਹੁੰਦੇ ਹੋਏ ਅੰਦਰ ਜਾ ਕੇ ਇੱਕ ਅਗਰਤਲਾ ਤੋਂ ਸਿੱਧਾ ਢਾਕਾ ਨੂੰ ਸੜਕ ਜਾਂਦੀ ਜਿਹੜੀ ਸੀ, ਉੱਥੇ ਇੱਕ ਪੁਲ ਸੀਗਾ, ਉਹ ਪੁਲ ਟੁੱਟਿਆ ਸੀਗਾ। ਅਸੀਂ ਉਸ ਪੁਲ 'ਤੇ ਜਾ ਕੇ ਰਾਤ ਨੂੰ 12 ਵਜੇ ਸਾਨੂੰ ਆਰਡਰ ਮਿਲਿਆ, 12 ਵਜੇ ਦੇ ਪੌਣੇ ਘੰਟੇ ਤੁਸੀਂ ਆਪਦੇ ਮੋਰਚੇ ਦੇ ਅੰਦਰ ਚਲੇ ਜਾਣਾ। ਅਸੀਂ ਪੌਣੇ ਘੰਟੇ 'ਚ ਆਪਦਾ ਮੋਰਚਾ ਤਿਆਰ ਕਰਕੇ, ਇੱਕ ਲੜਕਾ ਮੇਰੇ ਨਾਲ ਦੂਸਰਾ ਸੀਗਾ, ਅਸੀਂ ਦੋਵੇਂ ਮੋਰਚੇ ਚਲੇ ਗਏ। 12 ਵਜੇ ਫਾਇਰਿੰਗ ਸ਼ੁਰੂ ਹੋਈ। ਕਿਹੜੇ ਯੁੱਧ ਦੀਆਂ ਗੱਲਾਂ ਇਹ ਜਿਹੜੀਆਂ ਤੁਸੀਂ ਦੱਸ ਰਹੇ ਹੋ, ਕਿਹੜੇ ਮਹੀਨੇ ਦੀ, ਕਿਹੜੇ ਸਾਲ? ਇਹ ਦੇਖੋ ਜੀ, ਲੜਾਈ ਜਿਹੜੀ ਸੀਗੀ ਨਵੰਬਰ ਆਪਣਾ 71 'ਚ 71 ਸ਼ੁਰੂ ਹੋਈ ਸੀ ਔਰ 16 ਨੂੰ ਇਹ ਖਤਮ ਹੋ ਗਈ ਸੀਗੀ ਜਦੋਂ ਫਾਇਰਿੰਗ ਹੋਈ। ਉਸ ਟਾਈਮ ਦੀ ਇਹ ਸਾਰੀ ਕਹਾਣੀ ਹੈਗੀ ਹੈ। ਫਾਇਰਿੰਗ ਸ਼ੁਰੂ ਹੋਈ, ਫਾਇਰਿੰਗ ਚੱਲਦੀ ਰਹੀ, ਪਲਟਨ ਅੱਗੇ ਵੱਧਦੀ ਗਈ।
ਸਾਨੂੰ ਉਵੇਂ ਆਵਾਜ਼ਾਂ ਸੁਣਦੀਆਂ ਸੀ ਪਲਟਨ ਦੀਆਂ। ਔਰ ਜਦੋਂ ਸੁਬਾਹ 8 ਵਜੇ ਦਿਨ ਚੜ੍ਹਿਆ ਤਾਂ ਫਾਇਰਿੰਗ ਰੁਕੀ। ਉਸ ਤੋਂ ਬਾਅਦ ਅਸੀਂ ਉਹ ਜਿਹੜਾ ਪੁਲ ਟੁੱਟਿਆ ਸੀਗਾ, ਪਲਟਨ ਸਾਡੀ ਅੱਗੇ ਚਲੀ ਗਈ, ਪਿੱਛੇ ਹਟ ਕੇ ਬੰਗਲਾਦੇਸ਼ੀ। ਉਸ ਪੁਲ 'ਤੇ ਅਸੀਂ ਹੈੱਡਕੁਆਟਰ ਜਿਹੜਾ ਸੀਗਾ, ਅਸੀਂ ਜਿਹੜਾ ਸਾਡਾ ਮਹਿਕਮਾ ਹੁੰਦਾ ਉਹ ਹੈੱਡਕੁਆਟਰ 'ਚ ਰਹਿੰਦਾ ਹੈ, ਅਸੀਂ ਹੈੱਡਕੁਆਟਰ 'ਚ ਉੱਥੇ ਚਲੇ ਗਏ। ਉੱਥੋਂ 12 ਵਜੇ ਫਿਰ ਫਾਇਰਿੰਗ ਸ਼ੁਰੂ ਹੋ ਗਈ। ਦਿਨ ਦੇ ਫਾਇਰਿੰਗ ਸ਼ੁਰੂ ਹੋਈ ਜਦੋਂ ਤਾਂ ਉੱਥੇ ਇੱਕ ਸਾਡਾ ਲੈਫਟੀਨੈਂਟ, ਸੈਕੰਡ ਲੈਫਟੀਨੈਂਟ ਨਵਾਂ ਪੋਸਟ ਗਿਆ ਸੀ ਵਿਚਾਰਾ, ਉਹਦੇ ਬਰਸਟ ਹੋ ਗਿਆ, ਦੇ ਸਾਹਮਣੇ ਆ ਕੇ ਗੋਲਾ ਡਿੱਗਿਆ ਔਰ ਉਹਦੀ ਖਤਮ ਦਿੱਤਾ। ਮੈਨੂੰ ਆਰਡਰ ਮਿਲਿਆ, 2IC ਨੇ ਆਰਡਰ ਦਿੱਤਾ ਵੀ ਐਂ ਕਰਕੇ ਕੈਪਟਨ ਲੈਫਟੀਨੈਂਟ ਦਾਸ ਐਕਸਪਾਇਰ ਹੋ ਗਿਆ, ਉਹਨੂੰ ਲੈ ਕੇ ਆਓ ਡੈੱਡ ਬੋਡੀ। ਮੈਂ ਗਿਆ ਤਾਂ ਅੱਗੇ ਡੈੱਡ ਬੋਡੀ ਉਹਦੀ ਆ ਰਹੀ ਸੀ ਲੈ ਕੇ 4 ਬੰਦੇ। ਉੱਥੋਂ ਮੈਨੂੰ ਫਿਰ ਆਰਡਰ ਮਿਲ ਗਿਆ ਵੀ ਅੱਗੇ ਜਿੱਥੇ ਦਾਸ ਦੀ ਡੈਥ ਹੋਈ ਹੈ ਉਹਦੇ ਸਾਹਮਣੇ ਇੱਕ ਮੁਸਲਮਾਨਾਂ ਦਾ ਘਰ ਹੈ, ਉੱਥੇ ਇੱਕ ਲੜਕੀ ਦੇ ਸ਼ੈੱਲ ਲੱਗੇ ਆ, ਤੂੰ ਉਹਦਾ ਡਰੈਸਿੰਗ ਕਰਕੇ ਆ। ਮੈਂ ਜਦੋਂ ਉੱਥੇ ਗਿਆ ਮੇਰੇ ਕੋਲੇ 3 ਸ਼ੈੱਲ ਡਰੈਸਿੰਗ ਸੀਗੀਆਂ ਔਰ ਲੜਕੀ ਦੇ ਜੋ ਬ੍ਰੈਸਟ ਸੀ ਉੱਡੀ ਹੋਈ ਸੀ, ਪੱਟ ਉਹਦੇ ਉੱਡੇ ਹੋਏ ਸੀਗੇ। ਮੈਂ ਜਿੰਨੀਆਂ ਡਰੈਸਿੰਗ ਸੀਗੀ ਮੇਰੇ ਕੋਲ ਉਹ ਡਰੈਸਿੰਗ ਕਰਕੇ ਔਰ ਕੁਛ ਪੱਟੀਆਂ ਦੂਜੀਆਂ ਜਿਹੜੀਆਂ ਸਾਦੀਆਂ ਪੱਟੀਆਂ ਜਿਹਦੇ 'ਚ ਘੱਟ ਚੋਟ ਸੀ ਉਹਨਾਂ ਨੂੰ ਕਵਰ ਕਰਕੇ ਅਸੀਂ ਬਾਹਰ ਆਏ। ਫਾਇਰਿੰਗ ਸ਼ੁਰੂ ਹੋ ਗਈ, ਉਹਦਾ ਆਰਟਰੀ ਦਾ ਫਾਇਰ ਆ ਗਿਆ। ਆਰਟਰੀ ਦਾ ਫਾਇਰ ਆਇਆ, ਮੈਂ ਉਵੇਂ ਤੁਰਿਆ ਆਇਆ, ਕਦੇ ਸੜਕ ਦੇ ਇੱਧਰ ਗੋਲਾ ਡਿੱਗੇ, ਕਦੇ ਇੱਧਰ ਡਿੱਗੇ, ਪਰ ਮੈਂ ਉਵੇਂ ਦੀ ਉਵੇਂ ਤੁਰਿਆ ਆਇਆ ਔਰ ਆਪਦੇ ਹੈੱਡਕੁਆਟਰ ਆ ਗਿਆ। ਢਾਕਾ ਔਰ ਕਮੀਲਾ ਦੇ ਵਿਚਾਲੇ ਚੰਦੀਨਾ ਸੈਕਟਰ ਹੈਗਾ, ਉਹ ਅਸੀਂ ਬਲੌਕ ਕੀਤਾ ਜਾ ਕੇ ਦਿਨ ਦੇ 9 ਵਜੇ ਜਾ ਕੇ ਬੰਦ ਕਰਕੇ। ਉੱਥੇ ਜਦੋਂ ਉਹ ਸਾਰਾ ਕੁਛ ਪਲਟਨ ਫਿਰ ਅੱਗੇ ਵੱਧ ਗਈ, ਫਿਰ ਅਸੀਂ ਉਹ ਉੱਥੇ ਇੱਕ ਵੈਟਰਨਰੀ ਹੌਸਪੀਟਲ ਸੀਗਾ, ਉੱਥੇ ਸਾਨੂੰ ਸਟੇ ਕਰਾਇਆ, ਉੱਥੇ ਸਾਰਾ ਕੁਛ ਹੋਇਆ। 3-4 ਦਿਨ ਇਸ ਤਰ੍ਹਾਂ ਲੜਾਈ ਚੱਲਦੀ ਰਹੀ। ਇਹਨੇ 'ਚ ਇੱਕ ਬ੍ਰਿਗੇਡ ਪੂਰਾ ਸਾਡੇ ਘੇਰੇ 'ਚ ਆ ਗਿਆ। ਇੱਕ ਪਾਸੇ 12 ਕਮਾਓ, ਇੱਕ ਪਾਸੇ ਗ੍ਰਨੇਡੀਅਰ, ਇੱਕ ਪਾਸੇ 4GR ਗੋਰਖਾ ਰੈਜੀਮੈਂਟ, ਗ੍ਰਨੇਡੀਅਰ ਅਤੇ ਕਮਾਓ ਰੈਜੀਮੈਂਟ। ਉਹ ਸਾਡੇ ਘੇਰੇ 'ਚ ਆ ਗਿਆ। 2700 ਬੰਦਾ ਸੀਗਾ। 3 ਦਿਨ ਸਾਡੇ ਉਹ ਘੇਰੇ 'ਚ ਰਿਹਾ। ਅਸੀਂ ਬੈਠੇ ਰਹੇ, ਫਾਇਰਿੰਗ ਹੁੰਦੀ ਰਹੀ, ਉਹ ਕਦੇ ਇੱਧਰ ਆਉਣ ਕਦੇ ਉੱਧਰ ਆਉਣ। ਆਖਰ ਤੀਸਰੇ ਦਿਨ ਸੁਬਾਹ 8 ਵਜੇ ਉਹਨਾਂ ਦਾ ਕਮਿਊਨੀਕੇਸ਼ਨ ਸਾਡੇ ਨਾਲ ਜੁੜ ਗਿਆ। ਉਹ ਆਖਣ ਲੱਗੇ, ਉਹਨਾਂ ਦੇ ਨਾਲ ਜੋ ਬ੍ਰਿਗੇਡੀਅਰ ਸੀ ਉਹ ਹੈਲੀਕਾਪਟਰ ਲੈ ਕੇ ਭੱਜ ਗਿਆ ਔਰ ਇੱਕ ਕਰਨਲ ਸੀਗਾ ਜਿਹੜਾ 2IC ਕਮਾਂਡ ਕਰਦਾ ਸੀਗਾ, ਉਹਨੇ ਫੋਨ ਲੱਗ ਗਿਆ ਸਾਡੇ ਨਾਲ ਅਤੇ ਸਾਡੇ CO ਨਾਲ ਗੱਲ ਕੀਤੀ ਵੀ ਅਸੀਂ ਸਿਲੰਡਰ ਹੋਣਾ ਚਾਹੁੰਦੇ ਹਾਂ, ਸਾਨੂੰ ਦੱਸੋ ਕਿੱਥੇ ਅਸੀਂ ਸਿਲੰਡਰ ਹੋਈਏ, ਅਸੀਂ ਕੁਛ ਤੁਰ ਫਿਰ ਨਹੀਂ ਸਕਦੇ। ਔਰ CO ਫਟਾਫਟ ਆਇਆ, ਸਾਨੂੰ ਆਰਡਰ ਮਿਲਿਆ, 2 ਕੰਪਨੀਆਂ ਭੇਜਤੀਆਂ ਵੀ ਫਲਾਣੇ ਖੇਤ 'ਚ ਤੁਸੀਂ ਚਿੱਟਾ ਝੰਡਾ ਬੰਨ੍ਹ ਕੇ ਸਿਲੰਡਰ ਹੋ ਜਾਓ। ਉਹ ਆ ਕੇ ਉੱਥੇ ਉਹਨਾਂ ਨੇ ਹਥਿਆਰ ਸਿੱਟ 'ਤੇ ਸਾਡੀਆਂ ਜੋ ਕੰਪਨੀ ਲੱਗੀਆਂ ਸੀ 2, ਉਹਨਾਂ ਨੂੰ ਲੈ ਕੇ ਹਥਿਆਰ ਜਿੰਨੇ ਸੀਗੇ ਲਿਆਏ, ਕਰਨਲ ਨੂੰ ਵੀ ਸਾਡੇ ਕੋਲ ਉੱਥੇ ਲਿਆਏ। ਔਰ ਜਿਹੜੀ ਫੌਜ ਸੀ 2700 ਬੰਦਾ ਸੀਗਾ, ਉਹ ਇੱਕ ਸਕੂਲ ਦੇ ਵਿੱਚ ਉਹਨਾਂ ਨੂੰ ਰੱਖਿਆ ਗਿਆ। ਜਿਹੜੇ ਦੀ ਕੋਈ ਚੋਟ ਪਟਕ ਜਾਂ ਕੁਛ ਮਾੜੀ ਮੋਟੀ ਜਿਸ ਤਰ੍ਹਾਂ ਦੀ ਜਦ ਫਸਟ ਏਡ ਦੇ ਗਿਆ। ਮੈਂ ਸੀ ਇੱਕ ਮੇਰਾ ਲੜਕਾ ਜਿਹੜਾ ਮੈਡੀਕਲ ਪਲਾਟੂਨ ਦਾ ਸੀ ਉਹ ਮੇਰੇ ਨਾਲ ਗਿਆ। ਅਸੀਂ ਕਾਫੀ ਉਹਨਾਂ ਨੂੰ ਟਾਈਮ, ਸਾਨੂੰ 2-3 ਘੰਟੇ ਲੱਗੇ। ਕਿਸੇ ਨੂੰ ਟੀਕਾ ਲਾਉਣਾ, ਕਿਸੇ ਦੇ ਪੈਰ ਵੱਢਿਆ ਗਿਆ, ਉਹਨੂੰ ਬੂਟ ਟਾਈਟ ਹੋ ਗਿਆ, ਉਹਦੇ ਪੱਟੀ ਬੰਨੀ। ਮੈਂ 2-3 ਘੰਟੇ ਉੱਤੇ ਲਾ ਕੇ ਵਾਪਸ ਆਇਆ। ਮੀਨਵਾਈਲ ਇੱਕ ਲੜਕਾ ਮੇਰੇ ਕੋਲ ਆਇਆ, ਉਹਨਾਂ ਦੀ ਪਲਟਨ ਦਾ, ਮੈਨੂੰ ਬਾਰ-ਬਾਰ ਪੁੱਛੇ, ਸਰ ਤੁਹਾਡਾ ਕਿਹੜਾ ਪਿੰਡ ਹੈ? ਉਹ ਮੈਂ ਕਿਹਾ ਮੈਂ ਪੰਜਾਬ ਦਾ, ਤੂੰ ਮੇਰੇ ਪਿੰਡ ਤੋਂ ਕੀ ਲੈਣਾ? ਕਹਿੰਦਾ ਉਹ ਫਿਰ ਮੁੜ ਕੇ ਆ ਜੇ, ਸਰ ਤਾਂ ਵੀ ਤੁਹਾਡਾ ਕਿਹੜਾ ਪਿੰਡ ਹੈ? ਮੈਂ ਕਿਹਾ ਯਾਰ ਤੂੰ ਦੱਸ ਤੇਰਾ ਕਿਹੜਾ ਪਿੰਡ ਹੈ? ਕਹਿੰਦਾ ਜੀ ਮੇਰਾ ਪਿੰਡ ਸ਼ੇਖਪੁਰਾ। ਉਹ ਮੈਂ ਕਿਹਾ ਕਿਹੜਾ ਸ਼ੇਖਪੁਰਾ? ਸ਼ੇਖੂਪੁਰਾ ਕਿ ਸ਼ੇਖਪੁਰਾ? ਕਹਿੰਦਾ ਨਹੀਂ ਜੀ ਸਾਡਾ ਪਿੰਡ ਸੀਗਾ ਪਹਿਲਾਂ ਸ਼ੇਖਪੁਰਾ, ਬਠਿੰਡੇ ਜ਼ਿਲ੍ਹੇ 'ਚ। ਮੈਂ ਕਿਹਾ ਅੱਛਾ। ਅਤੇ ਮੈਂ ਇਹਨੂੰ ਕਹਿੰਦਾ ਤੁਹਾਡਾ ਪਿੰਡ? ਮੈਂ ਕਿਹਾ ਯਾਰ ਮੇਰਾ ਪਿੰਡ ਡੇਲਿਆਣੀ ਹੈ। ਕਹਿੰਦਾ ਤੂੰ ਜਾਣਦਾ ਉਹਦੇ ਕਿਸੇ ਨੂੰ? ਖੁਸ਼ੀ ਮੁਹੰਮਦ ਰਹਿੰਦਾ ਜਾਣਦਾ? ਮੈਂ ਕਿਹਾ ਹਾਂ ਯਾਰ ਸਾਡਾ ਪਿੰਡ ਹੈ, ਮੈਂ ਉਹਨੂੰ ਚੰਗੀ ਤਰ੍ਹਾਂ ਜਾਣਦਾ। ਔਰ ਉਹ ਬੜਾ ਖੁਸ਼ ਹੋਇਆ, ਮੈਨੂੰ ਆਖਣ ਲੱਗਾ ਵੀ ਤੂੰ ਮੈਨੂੰ ਮੇਰੇ ਮਾਪੇ ਨੂੰ ਮਿਲਾ ਸਕਦਾ? ਮੈਂ ਕਿਹਾ ਮੈਂ ਤੈਨੂੰ ਕਿਸ ਤਰ੍ਹਾਂ ਮਿਲਾ ਸਕਦਾ? 3 ਦਿਨਾਂ ਨੂੰ ਤੂੰ ਕਿੱਧਰ ਨੂੰ ਜਾਏਗਾ, ਸਾਡੀ ਪਲਟਨ ਪਤਾ ਨਹੀਂ ਕਿੱਧਰ ਨੂੰ ਜਾਏਗੀ। ਹਾਂ ਤੇਰਾ ਸੁਨੇਹਾ ਜ਼ਰੂਰ ਦੇਊਂਗਾ। ਚਲੋ ਜੀ ਉਹ 2-3 ਦਿਨ ਉੱਥੇ ਰਹੇ। ਫਿਰ ਮੈਨੂੰ ਸ਼ਾਮ ਨੂੰ ਇੱਕ ਰਾਤ ਨੂੰ ਆਰਡਰ ਮਿਲਿਆ ਵੀ ਉੱਥੇ ਇੱਕ ਸੂਬੇਦਾਰ ਹੈਗਾ, ਉਹਨੂੰ ਡਰੈਸਿੰਗ ਕਰਕੇ ਟੀਕਾ ਲਾਉਣਾ ਉਹਦੀ। ਮੈਂ ਗਿਆ ਜੀ, ਉਹਦੇ ਸਟੇਨ ਮੇਰੇ ਕੋਲੇ ਸੀ।
ਤੇ ਮੈਨੂੰ ਡਰ ਵੀ ਲੱਗੇ। ਉਹ ਬੜਾ ਹੱਟਾ ਕੱਟਾ ਉਹ ਸੂਬੇਦਾਰ, ਮੈਂ ਉਹਦੇ ਟੀਕਾ ਟੂਕਾ ਲਾਇਆ। ਉਹ ਮੈਨੂੰ ਕਹਿੰਦਾ ਕਾਕਾ ਕਿਹੜਾ ਜ਼ਿਲ੍ਹਾ ਤੇਰਾ? ਮੈਂ ਕਿਹਾ ਜੀ ਮੇਰਾ ਤਾਂ ਬਠਿੰਡਾ ਜ਼ਿਲ੍ਹਾ। ਉਦੋਂ ਬਠਿੰਡਾ ਜ਼ਿਲ੍ਹਾ ਸੀਗਾ। ਕਹਿੰਦਾ ਯਾਰ ਸਾਡਾ ਪਟਿਆਲਾ ਸੀਗਾ, ਅਸੀਂ ਪਟਿਆਲੇ ਤੋਂ ਗਏ ਸੀਗੇ, ਕੀ ਕਰੀਏ, ਇਸ ਤਰ੍ਹਾਂ ਸਰਕਾਰਾਂ ਦੇ ਕੰਮ ਆ ਇਹ, ਇੱਕ ਦੂਜੇ ਦੇ ਆਪਾਂ ਦੁਸ਼ਮਣ ਬਣ ਗਏ। ਕਹਿੰਦਾ ਬਹੁਤ ਮਿਹਰਬਾਨੀ, ਤੂੰ ਮੇਰੇ ਟੀਕਾ ਲਾਇਆ। ਫਿਰ ਉਸ ਤੋਂ ਪਹਿਲਾਂ ਇੱਕ ਲੈਫਟੀਨੈਂਟ, ਫਲਾਈਟ ਲੈਫਟੀਨੈਂਟ, ਉਹ ਜਹਾਜ਼ ਡਿੱਗ ਪਿਆ ਔਰ ਉਹ ਬਚ ਗਿਆ। ਉਹ ਰਾਤ ਨੂੰ ਮੇਰੇ ਕੋਲ ਲਿਆਂਦਾ, ਉਹਦੇ ਪੱਟੀਆਂ ਪੁੱਟੀਆਂ ਕੀਤੀਆਂ। ਮੈਨੂੰ ਪੁੱਛਣ ਲੱਗਾ ਯਾਰ ਕਿੱਧਰ ਹੈ ਤੂੰ, ਕਿੱਥੇ ਰਹਿੰਦਾ? ਯਾਰ ਅਸੀਂ ਤਾਂ ਐਂ ਕਰਦੇ ਸੀ, ਫਲਾਣਾ ਐਂ ਕਰਦੇ ਸੀ, ਬੜੀਆਂ ਗੱਲਾਂ ਮਿਲਦਾ। ਉਹ 2 ਘੰਟੇ ਕਰਦਾ ਰਿਹਾ। ਉਹਨੇ ਵੀ ਇਹੀ ਗੱਲ ਕਹੀ, ਕਹਿੰਦਾ ਸਾਡੀ ਕੋਈ ਦੁਸ਼ਮਣੀ ਹੈ, ਪਰ ਸਰਕਾਰਾਂ ਜਿਹੜੀ ਹੈ ਉਹ ਇੱਕ ਦੂਜੇ ਦੀ ਦੁਸ਼ਮਣੀ ਹੈਗੀ ਹੈ ਅਤੇ ਅਸੀਂ ਇਸ ਤਰ੍ਹਾਂ ਪਰੇਸ਼ਾਨ ਹੁੰਦੇ ਹਾਂ। ਉਸ ਤੋਂ ਬਾਅਦ ਸਾਨੂੰ ਉੱਥੋਂ ਜਦੋਂ ਸੀਜ਼ਫਾਇਰ ਹੋ ਗਿਆ 16 ਤਰੀਕ ਨੂੰ, ਸਾਨੂੰ ਢਾਕੇ ਚਲੇ ਗਏ। ਢਾਕੇ ਇੱਕ ਮੈਡੀਕਲ ਕਾਲਜ ਸੀਗਾ, ਉੱਥੇ ਸਾਨੂੰ ਰੱਖਿਆ ਗਿਆ ਅਤੇ ਢਾਕੇ 'ਚ ਅਸੀਂ ਰਹੇ। ਮੈਂ ਸਾਡੀ ਪਲਟਨ ਦਾ ਰਹੀ 2 ਮਹੀਨੇ। ਮੈਂ ਵੀ ਉੱਥੇ 1 ਹਫ਼ਤਾ ਰਿਹਾ। ਜਦੋਂ ਕੋਈ ਮੈਂ ਕੈਂਟ 'ਚ ਜਾਂਦਾ ਸੀਗਾ ਦਵਾਈ ਦੂਈ ਲੈਣ, ਉੱਥੇ ਸਾਡਾ ਏਡੀਐਸ ਹੁੰਦਾ ਅਤੇ ਐਂ ਗੱਲ, ਮੈਂ ਕਿਹਾ ਯਾਰ ਉਹ ਮਲਮਲ ਜਿਹੜੀ ਹੁੰਦੀ ਸੀ, ਕਹਿੰਦੇ ਜੀ 9 ਮਹੀਨੇ ਹੋ ਗਏ ਉਹ ਕਾਰਖਾਨੇ ਬੰਦ ਹੋ ਗਏ ਆ, ਮਲਮਲ ਨਹੀਂ ਹੁਣ। ਅਤੇ ਮੈਂ ਮਜ਼ਾਕ ਗਿਆ, ਉੱਥੇ ਉਹਨਾਂ ਦਾ ਉਹ ਪਿਆ ਸੀਗਾ, ਉਹ ਔਰਤਾਂ ਜਿਹੜੀਆਂ ਗਾਊਨ ਨਹੀਂ ਪਾਉਂਦੀਆਂ ਸੀ, ਉਹਨਾਂ ਦਾ ਕੀ ਉਹਨਾਂ ਦੇ ਬੁਰਕਾ ਬੁਰਕਾ। ਮੈਂ ਮਜ਼ਾਕ 'ਚ ਬੁਰਕਾ ਪਾ ਕੇ ਖੜਾ ਹੋ ਗਿਆ। ਉਹ ਹੱਸਣ ਲੱਗੇ, ਬੜੇ ਖੁਸ਼ ਹੋਏ। ਕਹਿੰਦੇ ਜੀ ਜਦੋਂ ਮੈਂ ਲੰਘਦਾ ਸੀ ਬਾਜ਼ਾਰ ਵਿੱਚ ਦੀ, ਤਾਂ ਲੜਕੀਆਂ ਜੋ ਹੈ ਕੰਧ ਦੇ ਉੱਤੇ, ਉਹ ਚੂੜ ਵਾਲਾ ਜਾਂਦਾ, ਚੂੜ ਵਾਲਾ ਆਦਮੀ, ਮਤਲਬ ਵਾਲਾ ਸਰਦਾਰ, ਚੂੜ ਵਾਲਾ ਬੋਲਦੇ ਸੀ। ਇਸ ਤਰ੍ਹਾਂ ਮੈਂ ਉੱਥੇ ਕੋਈ ਹਫ਼ਤਾ ਭਰ ਰਿਹਾ। ਕਿਸ ਤਰ੍ਹਾਂ ਦੇ ਹਾਲਾਤ ਹੁੰਦੇ ਜਦੋਂ ਗੋਲੀਬਾਰੀ ਹੁੰਦੀ ਆ? ਫੌਜ ਹੁਣ ਜਿਵੇਂ ਤੁਸੀਂ ਦੱਸਿਆ ਵੀ ਉਹ ਵੀ ਆਪਣੇ ਹੀ ਆ, ਇੱਧਰੋਂ ਵੀ ਆਪਣੇ ਹੀ ਆ, ਦੱਸਦੇ ਆ ਵੀ ਹਾਲਾਤ ਇਸ ਤਰ੍ਹਾਂ ਹੁੰਦਾ ਜੀ। ਦੇਖੋ ਜਦੋਂ ਫਾਇਰਿੰਗ ਹੁੰਦੀ ਹੈ, ਗੋਲੀ ਚੱਲਦੀ ਹੈ, ਤਾਂ ਬੰਦੇ ਨੂੰ ਘਬਰਾਹਟ ਤਾਂ ਹੁੰਦੀ ਹੈ, ਡਰਦਾ ਹੈ ਵੀ ਮੇਰੇ 'ਤੇ ਆ ਨਾ ਡਿੱਗੇ। ਮੈਂ ਜਿਹੜਾ ਮੇਰਾ ਮੋਰਚਾ ਸੀ 2 ਜਣੇ ਸੀਗੇ। ਰਾਤ ਨੂੰ ਜਦੋਂ ਫਾਇਰਿੰਗ ਹੁੰਦਾ ਰਿਹਾ ਅਤੇ ਮੈਨੂੰ ਬੜਾ ਜ਼ੋਰ ਦਾ ਬਾਥਰੂਮ ਲੱਗਿਆ, ਅਤੇ ਮੈਂ ਕੀ ਕੀਤਾ ਵੀ ਲੰਮਾ ਲੇਟ ਕੇ ਹੌਲੀ ਹੌਲੀ, ਨਾਲ ਖੇਤ ਸੀਗਾ ਧਾਨ ਦਾ, ਉਹ ਕਾਫੀ ਨੀਵਾਂ ਸੀ, ਮੈਂ ਉੱਥੇ ਡਿੱਗ ਪਿਆ। ਉਹਦੇ 'ਚ ਡਿੱਗ ਕੇ ਮੈਂ ਬਾਥਰੂਮ ਕਰਕੇ ਉਸੇ ਤਰ੍ਹਾਂ ਫਿਰ ਮੈਂ ਲੇਟ ਕੇ ਫਿਰ ਵਾਪਸ ਆ ਗਿਆ। ਔਰ ਉੱਥੇ ਇੱਕ ਛੱਪੜ ਸੀਗਾ ਛੋਟਾ ਜਿਹਾ, ਉੱਥੇ ਕੇਲੇ ਦੇ ਦਰਖਤ ਸੀਗੇ, ਗੋਲੀ ਉਹਨਾਂ 'ਚ ਵੱਜਦੀ ਸੀ ਆ ਕੇ ਉਵੇਂ। ਔਰ ਜਦੋਂ ਆਰਟਲਰੀ ਫਾਇਰ ਆਉਂਦਾ ਸੀਗਾ, ਉੱਥੋਂ ਜਦੋਂ ਚੱਲਦਾ ਸੀ ਪੜਮ ਕਰਕੇ, ਫਿਰ ਸਾਡੇ ਸਿਰ ਤੋਂ ਚੂ ਪੜਮ, ਫਿਰ ਵੱਡਾ ਧਮਾਕਾ ਆਉਂਦਾ ਜਦੋਂ ਫਟਦਾ ਸੀ ਗੋਲਾ। ਸੋ ਬੰਦੇ ਨੂੰ ਸਭ ਕੁਛ ਫਿਰ ਧਿਆਨ ਆਉਂਦਾ ਪਿੱਛੇ, ਮੇਰਾ ਫਲਾਨਾ, ਮੇਰਾ ਢੀਂਗੜਾ। ਇਹ ਹਾਲਾਤ। ਇਹਦੇ ਵਿੱਚ ਤੁਸੀਂ ਮੈਡਲ ਆ ਤੁਹਾਡੇ, ਇਹਨਾਂ ਬਾਰੇ ਕੁਝ ਦੱਸੋ। ਕਿਹੜੇ ਯੁੱਧ 'ਚ ਤੁਹਾਨੂੰ ਕਿਹੜੇ ਮਿਲੇ ਆ, ਕਿਹੜੇ ਸਰਵਿਸ ਦੇ ਆ ਤੁਹਾਡੇ? ਦੇਖੋ ਜੀ, ਆਹ ਜਿਹੜਾ ਹੈਗਾ ਸਟਾਰ, ਲੜਾਈ 'ਚ ਜਿਹੜਾ ਬੰਦਾ ਕੰਮ ਕਰਦਾ ਹੈ ਉਹਨੂੰ ਸਟਾਰ ਮਿਲਦਾ ਹੈ। ਜੋ ਫੀਲਡ ਏਰੀਏ ਜਿੰਨੇ ਵੀ ਹੈਗੇ ਆ, ਜਿੱਥੇ ਮਿਜ਼ੋਰਮ ਹੈ, ਲੇਹ ਹੈ, ਲਦਾਖ ਹੈ, ਸਾਰੇ ਉਹਨਾਂ ਜਗ੍ਹਾ ਦੇ ਮੈਡਲ ਹੈ ਇਹ, ਜਿੱਥੇ ਅਸੀਂ ਰਹੇ ਹਾਂ। ਜਿਵੇਂ ਮੈਂ ਹੁਣ ਇੱਧਰ ਸ਼ੂਗਰ ਸੈਕਟਰ ਰਿਹਾ ਸੀਗਾ, ਉੱਥੋਂ ਦਾ ਵੀ ਸਾਨੂੰ ਆਹ ਜਿਹੜਾ ਇਹ ਜੰਮੂ JNK 'ਚ ਵੀ ਇਹੀ ਮਿਲਦਾ, ਇੱਧਰ ਵੀ ਸਾਨੂੰ ਇਹੀ ਮਿਲਦਾ। ਔਰ ਆਹ ਹੈਗਾ 9 ਇਨ ਸਰਵਿਸ, ਇੱਕ 18,000, ਇੱਕ 25 ਸਾਲ ਆਪਣੇ ਦੇਸ਼ ਆਜ਼ਾਦ ਹੋਏ ਨੂੰ ਹੋਇਆ। ਉਹ ਸਾਨੂੰ ਜਦੋਂ 71 ਦੀ ਲੜਾਈ ਤੋਂ ਬਾਅਦ 3 ਮੈਡਲ ਇਕੱਠੇ ਮਿਲੇ ਸੀਗੇ। ਇੱਕ ਇਹ, ਇੱਕ ਲੜਾਈ ਦਾ, ਇਹ ਬੰਗਲਾਦੇਸ਼ ਦਾ ਨਿਸ਼ਾਨ ਹੈ। ਇਹ 3 ਮੈਡਲ ਸਾਨੂੰ ਇਕੱਠੇ ਮਿਲੇ ਸੀ। ਜਦੋਂ ਵਾਪਸ ਆ ਗਏ ਤੁਸੀਂ, ਸੇਵਾ ਮੁਕਤ ਹੋ ਗਏ, ਹਾਂਜੀ, ਉਸ ਤੋਂ ਬਾਅਦ ਜਦੋਂ ਕਦੇ ਯੁੱਧ ਦੀਆਂ ਗੱਲਾਂ ਚੱਲਦੀਆਂ ਤਾਂ ਫਿਰ ਕਿਸ ਤਰ੍ਹਾਂ ਮਨ ਕਰਦਾ ਤੁਹਾਡਾ? ਦੇਖੋ ਜੀ, ਜਦੋਂ ਯੁੱਧ ਦੀਆਂ ਗੱਲਾਂ ਜਦੋਂ ਆਉਂਦੀਆਂ ਬੰਦੇ 'ਤੇ, ਉਦੋਂ ਬੜਾ ਦਿਲ ਕਮਾਊ ਜਿਹਾ ਲੱਗਦਾ ਹੈ ਵੀ ਯਾਰ ਬਚ ਕੇ ਆ ਗਏ, ਪਤਾ ਨਹੀਂ ਕੀ ਸੀ। ਉਦੋਂ ਬੱਚੇ ਛੋਟੇ ਸੀਗੇ, ਸਮਝੋ ਇਹਨਾਂ ਦਾ ਜਨਮ ਹੀ ਉਦੋਂ ਹੋਇਆ ਜਦੋਂ ਮੈਂ ਖੁਆਈ ਸੀਗਾ। ਉਦੋਂ ਮੈਨੂੰ ਇਹਨਾਂ ਦਾ ਚਿੱਠੀ ਗਈ ਵੀ ਇਸ ਤਰ੍ਹਾਂ ਕਰਕੇ ਬੱਚੇ ਹੋਏ ਆ। ਮੈਂ ਐਡਜੂਟੈਂਟ ਕੈਪਟਨ ਕੋਲ ਗਿਆ, ਮੈਂ ਕਿਹਾ ਜੀ ਐਂ ਕਰਕੇ ਆਹ ਗੱਲ ਹੈ। ਕਹਿੰਦਾ ਗੁਰਚਰਨ ਸਿੰਘ, ਇਹ ਤਾਂ ਬੜੀ ਖੁਸ਼ੀ ਦੀ ਗੱਲ ਹੈ, ਠੀਕ ਹੈ, ਪਰ ਹੁਣ ਤੈਨੂੰ ਅਸੀਂ ਭੇਜ ਕਿਵੇਂ ਸਕਦੇ, ਤੂੰ ਆਪ ਸਿਆਣਾ, ਤੂੰ ਕਿਸ ਤਰ੍ਹਾਂ ਤੈਨੂੰ ਭੇਜ ਸਕਦੇ। ਮੈਂ ਕਿਹਾ ਠੀਕ ਹੈ ਸਰ, ਸੌਰੀ। ਕਿੰਨੇ ਸਾਲਾਂ ਬਾਅਦ ਤੁਸੀਂ ਆ ਕੇ ਇਹਨਾਂ ਨੂੰ ਦੇਖਿਆ, ਬੱਚਿਆਂ ਨੂੰ ਹੋਣ ਤੋਂ ਬਾਅਦ? ਮੈਂ ਇਹ 71 ਦੇ, ਇਹਨਾਂ ਦਾ ਜਨਮ ਹੈਗਾ ਅਕਤੂਬਰ ਦਾ, ਔਰ ਮੈਂ ਜਨਵਰੀ 'ਚ ਮੈਂ ਆ ਕੇ ਇਹਨਾਂ ਨੂੰ ਦੇਖਿਆ। ਜਦੋਂ ਇਹ ਉਦੋਂ
ਮੇਰਾ ਖਿਆਲ 6-7 ਮਹੀਨਿਆਂ ਦੇ ਹੋਣਗੇ। ਔਰ ਉੱਥੋਂ ਮੈਂ ਅਗਰਤਲੇ ਤੋਂ ਇਹਨਾਂ ਵਾਸਤੇ ਇੱਕ ਡਰੈਸ ਲੈ ਕੇ ਆਇਆ ਸੀਗਾ, ਉਹ ਮੁਸਲਮਾਨੀ ਟਾਈਪ ਦਾ, ਉਹੋ ਜੀ ਕੈਪ ਉਹ ਮੈਂ ਬਾਜ਼ਾਰ 'ਚ ਗਿਆ ਔਰ ਮੈਂ ਉਹ 2 ਡਰੈਸ ਖਰੀਦੇ ਇਹਨਾਂ ਵਾਸਤੇ। ਫਿਰ ਉਦੋਂ ਮੈਂ ਆ ਕੇ ਇਹਨਾਂ ਨੂੰ ਦੇਖਿਆ। ਰਿਟਾਇਰ ਹੋਣ ਤੋਂ ਬਾਅਦ ਫਿਰ ਬੱਚਿਆਂ ਦੀ ਪਰਵਰਿਸ਼ 'ਚ ਕਿਸ ਤਰ੍ਹਾਂ ਗੁਜ਼ਾਰਿਆ, ਕੀ ਕੁਝ ਕਰਵਾਇਆ ਬੱਚਿਆਂ ਨੂੰ, ਕੀ ਕਰਦੇ ਅੱਜ ਕੱਲ੍ਹ ਬੱਚੇ? ਮੇਰਾ ਵੱਡਾ ਬੇਟਾ ਹੈ ਉਹ ਸੀਨੀਅਰ ਫਿਸ਼ਰੀ ਅਫਸਰ ਹੈ, ਇਸ ਵਕਤ ਹੈ ਫਰੀਦਕੋਟ ਲੋਕਲ। ਪਹਿਲਾਂ ਜਦੋਂ ਸਟਾਰਟਿੰਗ ਸ਼ੁਰੂ ਹੋਇਆ ਸੀ ਫਿਰੋਜ਼ਪੁਰ ਸੀ। ਦੂਜਾ ਬੇਟਾ ਜਿਹੜਾ ਉਹ ਹੈਡ ਟੀਚਰ ਹੈ ਮਿਡਲ ਸਕੂਲ ਦਾ, ਕਿੰਗਰੇ। ਕੀ ਨਾਂ ਇਹਨਾਂ ਦੇ ਜੀ? ਵੱਡਾ ਨਾਂ ਜਗਮਿੰਦਰ ਸਿੰਘ, ਧਰਮਿੰਦਰ ਸਿੰਘ। ਇਹ ਦੋਵੇਂ ਨਾਂ ਸਾਡੇ ਉੱਥੇ ਇੱਕ ਯੂਨਿਟ ਦਾ ਪੰਡਤ ਹੁੰਦਾ ਸੀਗਾ। ਮੈਂ ਉਹਨਾਂ ਤੋਂ ਇਹਨਾਂ ਦੀ ਜਨਮ ਪੱਤਰੀ ਬਣਵਾਈ ਅਤੇ ਉਹਨਾਂ ਨੇ ਮੈਨੂੰ ਇਹਨਾਂ ਦੇ ਨਾਂ ਦੇ ਅੱਖਰ ਦਿੱਤੇ। ਮੈਂ ਉਸ ਹਿਸਾਬ ਨਾਲ ਇਹਨਾਂ ਦੇ ਨਾਂ ਰੱਖੇ। ਹਾਂ। ਅੱਜ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਭਰੇ ਪੂਰੇ ਪਰਿਵਾਰ ਦੇ ਵਿੱਚੋਂ? ਦੇਖੋ ਜੀ, ਇਹ ਤਾਂ ਹਰ ਇਨਸਾਨ ਨੂੰ ਖੁਸ਼ੀ ਹੁੰਦੀ ਹੈ ਜਦੋਂ ਬੱਚੇ, ਜਿਹਦੀ ਖਾਸ ਕਰ ਬੱਚਿਆਂ ਦੀ ਜਿਹੜੀ ਸੈਟਲਮੈਂਟ ਹੈ ਉਹ ਸਹੀ ਹੋ ਜੇ ਤਾਂ ਹਰ ਬੰਦੇ ਨੂੰ ਖੁਸ਼ੀ ਹੁੰਦੀ ਹੈ। ਸੋ ਉਹ ਚੀਜ਼ ਮੈਨੂੰ ਮਿਲੀ ਹੈ ਔਰ ਮੈਂ ਖੁਸ਼ ਹਾਂ, ਮੇਰੇ ਬੱਚੇ ਵੀ ਖੁਸ਼ ਹੈ। ਨੌਜਵਾਨ ਪੀੜ੍ਹੀ ਹੈ ਜਿਹੜੀ ਉਹ ਆਈਲੈਟਸ ਕਰਕੇ ਦੇਸ਼ ਛੱਡ ਕੇ ਭੱਜ ਰਹੀ ਹੈ, ਵਿਦੇਸ਼ਾਂ 'ਚ ਜਾ ਰਹੀ ਹੈ ਔਰ ਵਾਪਸ ਨਹੀਂ ਆ ਰਹੀ। ਦੇਖੋ ਜੀ, ਜੋ ਮੇਰਾ ਤਜਰਬਾ ਮੇਰੇ ਸਮੇਂ 'ਚ ਉਦੋਂ ਇਹ ਇੰਨਾ ਲੋਕਾਂ ਨੂੰ ਉਹ ਨਹੀਂ ਸੀਗਾ। ਜਦੋਂ ਮੇਰਾ ਬਚਪਨ ਤੋਂ ਮੈਂ ਜਦੋਂ 10ਵੀਂ ਕੀਤੀ, ਅਸੀਂ ਇਹ ਕੁਝ ਨਹੀਂ ਦੇਖਿਆ ਸੀਗਾ ਵੀ ਲੋਕ ਬਾਹਰ ਜੋ ਬਿਰਲੇ ਬੰਦੇ, ਜ਼ਿਆਦਾਤਰ ਉਦੋਂ ਲੋਕ ਕਿੱਥੇ ਜਾਂਦੇ ਸੀਗੇ? ਮਲਾਇਆ, ਸਿੰਗਾਪੁਰ। ਆਹ ਚੀਜ਼ਾਂ ਤਾਂ ਉਦੋਂ ਅਸੀਂ ਵੇਖੀਆਂ ਨਹੀਂ ਸੀ, ਨਾ ਸੁਣੀਆਂ ਸੀ। 25 ਸਾਲ ਮੈਂ ਆਰਮੀ ਦੀ ਸੇਵਾ ਕੀਤੀ ਹੈ। ਆਰਮੀ 'ਚੋਂ ਜੋ ਕੁਝ ਮੈਨੂੰ ਮਿਲਿਆ ਤਾਂ ਇਹ ਬੱਚਿਆਂ ਦੀ ਪੜ੍ਹਾਈ ਇੱਕ ਵਧੀਆ ਚੀਜ਼ ਮੈਨੂੰ ਮਿਲੀ ਹੈ, ਜੋ ਮੈਂ ਅੱਜ ਲੋਕਾਂ ਨੂੰ ਵੀ ਕਹਿ ਸਕਦਾ। ਔਰ ਲੋਕ ਮੇਰੇ ਸਾਥੀ ਜਿਹੜੇ ਹੈਗੇ ਆ, ਕਈ ਮੈਥੋਂ ਉੱਚੇ ਰੈਂਕ 'ਤੇ ਹੈਗੇ ਆ, ਕੈਪਟਨ ਹੈ, ਆਨਰਰੀ ਕੈਪਟਨ ਆਇਆ, ਸੂਬੇਦਾਰ ਮੇਜਰ ਆਇਆ। ਕਈਆਂ ਦੇ ਬੱਚੇ ਤਾਂ ਗੱਡੀਆਂ ਚਲਾਉਂਦੇ ਆ, ਕਈਆਂ ਦੇ ਕੁਛ ਕਰਦੇ ਆ, ਮਤਲਬ ਬਹੁਤ ਘੱਟ ਜਿਨ੍ਹਾਂ ਦੇ ਅਫੀਸਰ ਬਣੇ ਆ, ਜਿਨ੍ਹਾਂ ਦੇ ਅਫਸਰ ਬਣਿਆ। ਇੱਕ ਸਾਡਾ ਰਿਸ਼ਤੇਦਾਰ ਹੀ ਹੈ ਸੂਬੇਦਾਰ ਮੇਜਰ, ਉਹਦੀ ਡੈਥ ਹੋ ਗਈ। ਉਹਦੇ ਬੱਚੇ 3 ਸੀਗੇ, ਉਹਦੇ ਵੀ ਚੱਲਦਾ ਸੈਟਲ ਹੈਗੇ ਆ 3 ਬੱਚੇ। ਤੁਸੀਂ ਕਿਹੜੇ ਰੈਂਕ ਤੋਂ ਸੇਵਾ ਮੁਕਤ ਹੋਏ ਹੋ? ਮੈਂ ਹੌਲਦਾਰ ਤੋਂ ਸੇਵਾ ਮੁਕਤ ਹੋਇਆ। 84 'ਚ ਮੈਂ ਓਵਰੇਜ ਹੋਣ ਤੋਂ ਬਾਅਦ ਮੇਰਾ ਪ੍ਰਮੋਸ਼ਨ ਨਹੀਂ ਹੋਇਆ, ਨਹੀਂ ਤਾਂ ਮੈਂ ਨਾਇਬ ਸੂਬੇਦਾਰ ਬਣ ਜਾਂਦਾ ਤਾਂ ਅਪ ਟੂ ਸੂਬੇਦਾਰ ਮੇਜਰ ਤੱਕ ਮੈਂ ਜਾਂਦਾ। ਸੋ ਮੈਂ ਬੱਚਿਆਂ ਨੂੰ ਇਹੀ ਕਹਿਣਾ ਚਾਹੁੰਦਾ ਵੀ ਜੇ ਉਹ ਇੱਥੇ ਚੰਗੀ ਮਿਹਨਤ ਕਰਨ, ਪੜ੍ਹਨ ਲਿਖਣ ਔਰ ਦੇਸ਼ ਦੀ ਤਰੱਕੀ ਦੇ ਵਿੱਚ ਆਪਦਾ ਯੋਗਦਾਨ ਪਾਉਣ, ਫੌਜ 'ਚ ਜਾਣ, ਫੌਜ ਦੀ ਸੇਵਾ ਕਰਨ। ਮੈਨੂੰ ਬੜੀ ਅੱਛੀ ਹੈ, ਅੱਜ ਕੱਲ੍ਹ ਪੇ ਵੀ ਚੰਗੀ ਹੈ। ਜੇ ਬੱਚਿਆਂ ਦਾ ਇਹੀ ਮੇਰਾ ਸੰਦੇਸ਼ ਹੈ ਵੀ ਬਾਹਰ ਜਾਣ ਨਾਲੋਂ ਅਸੀਂ ਆਪਦੇ ਦੇਸ਼ 'ਚ ਕੰਮ ਕਰੀਏ। ਬਾਹਰ ਅੱਗੇ ਸਾਡੇ ਬਜ਼ੁਰਗ ਜਿਹੜੇ ਗੁਲਾਮੀ 'ਚ ਰਹੇ, ਬਾਹਰ ਜਾ ਕੇ ਗੁਲਾਮੀ ਹੁੰਦੀ ਹੈ ਕਿ ਉਹਨਾਂ ਨੇ ਮਰਜ਼ੀ ਨਾਲ ਕੰਮ ਕਰਨਾ। ਉਹ ਬੈਟਰ ਹੈ ਜਿਹਦੇ ਇੱਥੇ ਪੜ੍ਹ ਲਿਖ ਕੇ ਆਪਦਾ ਕੰਮ ਕਰਨ। ਜਦੋਂ ਯੁੱਧ ਹੁੰਦਾ, ਯੁੱਧ ਸਮਾਪਤੀ ਤੋਂ ਬਾਅਦ ਕੁਝ ਅਲਾਊਂਸਸ ਵੀ ਮਿਲਦੇ ਆ ਕਿ ਇਕੱਲੇ ਮੈਡਲਾਂ ਨਾਲ ਸਾਰ ਦਿੰਦੀ ਹੈ ਸਰਕਾਰ? ਨਹੀਂ, ਅਲਾਊਂਸ ਇਹਦਾ ਕੁਝ ਨਹੀਂ ਹੈ, ਨਾ ਇਹਦਾ ਕੋਈ ਸਾਨੂੰ ਜਿਵੇਂ ਮੰਨ ਲਓ ਅਸੀਂ ਹਾਈ ਐਲਟੀਟਿਊਡ 'ਤੇ ਆ ਤਾਂ ਉਹਦਾ ਹਾਈ ਐਲਟੀਟਿਊਡ ਮਿਲਦਾ ਹੈ, ਉਸ ਤਰ੍ਹਾਂ ਇਹਨਾਂ ਦੀ ਕੁਝ ਨਹੀਂ ਮਿਲਦਾ। ਇਹ ਇੱਕ ਜਦੋਂ ਕੋਈ ਜਿਵੇਂ ਸੂਬੇਦਾਰ ਮੇਜਰ ਬਣਾਉਣਾ ਉਹਨਾਂ ਨੇ, ਉਦੋਂ ਇਹਨਾਂ ਦੀ ਨੰਬਰ ਗਿਣੇ ਜਾਂਦੇ ਹੈ। ਕਿੰਨੇ ਮੈਡਲ ਲਈ ਕੰਮ ਆਉਂਦੇ ਆ? ਹਾਂ, ਤਾਂ ਅਲਾਊਂਸਸ ਕੋਈ ਨਹੀਂ ਇਹਦੇ? ਨਹੀਂ, ਅਲਾਊਂਸਸ ਕੁਝ ਨਹੀਂ ਹੈ। ਅਲਾਊਂਸਸ ਕੁਝ ਸ਼ਹੀਦ ਹੋਏ ਨੂੰ ਮਿਲਣੇ ਆ, ਜਿਉਂਦਾ ਵਾਪਸ ਆ ਗਿਆ ਉਹਨੂੰ ਕੁਝ ਨਹੀਂ ਮਿਲਣਾ। ਉਹਨੂੰ ਕੁਝ ਨਹੀਂ ਮਿਲਣਾ, ਸਿਰਫ ਉਦੋਂ ਜਦੋਂ ਸੂਬੇਦਾਰ ਮੇਜਰ ਬਣਨਾ ਉਹਨੇ, ਉਦੋਂ ਫਿਰ ਫੀਲਡ ਦੇ ਨੰਬਰ ਦੇਖੇ ਜਾਂਦੇ ਆ। ਉਸ ਨੂੰ ਜਾਂ ਆਨਰਰੀ ਲੈਫਟੀਨੈਂਟ ਕੈਪਟਨ, ਉਹਨਾਂ ਨੂੰ ਇਸ ਦੇ ਵਿੱਚ ਜਾ ਕੇ ਨੰਬਰ ਮਿਲਦੇ। ਤੁਸੀਂ ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਜੋ ਤੁਹਾਡੇ ਪਿਤਾ ਜਦੋਂ ਤੁਹਾਨੂੰ ਕਦੇ ਫੌਜ ਦੀਆਂ ਗੱਲਾਂ ਦੱਸਦੇ ਆ, ਜੰਗ ਦੀਆਂ ਗੱਲਾਂ ਦੱਸਦੇ ਆ, ਅਤੇ ਅੱਜ ਤੁਹਾਡੇ ਵਿੱਚ ਬੈਠੇ ਨੇ, ਕਿਸ ਤਰ੍ਹਾਂ ਮਹਿਸੂਸ ਕਰਦੇ ਹੋ ਜਦੋਂ ਉਹਨਾਂ ਦਿਨਾਂ ਦੀਆਂ ਗੱਲਾਂ ਸੁਣਦੇ ਹੋ, ਜੰਗਾਂ ਦੀਆਂ? ਤਾਂ ਦੇਖੋ ਜੀ, ਇਹ ਬੜੇ ਕਿਸੇ ਵੀ ਵਾਸਤੇ ਬੜੇ ਫਕਰ ਦੀ ਗੱਲ ਹੁੰਦੀ ਹੈ ਕਿ ਉਹਨਾਂ ਦੇ ਪਿਤਾ ਨੇ ਦੇਸ਼ ਵਾਸਤੇ ਜਿਹੜੀਆਂ ਜੰਗਾਂ ਲੜੀਆਂ ਅਤੇ ਯੋਗਦਾਨ ਪਾਇਆ ਜੰਗਾਂ 'ਚ। ਅਤੇ ਅੱਜ ਵੀ ਅਸੀਂ ਜਦੋਂ ਕਦੇ ਵਿਹਲੇ ਟਾਈਮ ਜਾਂ ਖਾਣੇ ਦੀ ਟੇਬਲ 'ਤੇ ਇਕੱਠੇ ਹੁੰਦੇ ਹਾਂ ਸਾਰਾ ਪਰਿਵਾਰ, ਅਤੇ ਕਈ ਵਾਰੀ ਸਾਡੇ ਡੈਡੀ ਯਾਨੀ ਸਾਡੇ ਪਿਤਾ ਸ਼੍ਰੀ ਸਾਨੂੰ ਜੰਗਾਂ ਦੀਆਂ ਗੱਲਾਂ ਦੱਸਦੇ ਆ, ਉਹ ਬੜੀਆਂ ਇੰਟਰਸਟਿੰਗ ਲੱਗਦੀਆਂ। ਅਸੀਂ ਉਹਨਾਂ ਦੇ ਮੂੰਹ ਤੋਂ ਇਹ ਗੱਲਾਂ ਕਈ ਕਹਾਣੀਆਂ ਅਸੀਂ ਸੁਣ ਚੁੱਕੇ ਹਾਂ, ਬਟ ਹਰ ਵਾਰ ਜਦੋਂ ਉਹ ਇਹ ਗੱਲ ਦੱਸਦੇ ਆ ਅਤੇ ਸਾਨੂੰ ਜਿਹੜੀ ਹੈਗੀ ਆ ਉਹ ਗੱਲ ਬਿਲਕੁਲ ਨਵੀਂ ਲੱਗਦੀ ਹੈ, ਬੜੀ ਇੰਟਰਸਟਿੰਗ ਲੱਗਦੀ ਹੈ। ਕਿਉਂਕਿ ਮੇਰੇ ਜਿਹੜੇ ਫਾਦਰ ਸਾਹਿਬ ਹੈਗੇ ਆ, ਉਹਨਾਂ ਨੇ 1963 'ਚ ਇੰਡੀਅਨ ਆਰਮੀ ਜੁਆਇਨ ਕੀਤੀ ਸੀਗੀ, ਅਤੇ ਉਸ ਤੋਂ ਬਾਅਦ ਔਰ 1962 ਤੋਂ ਲੈ ਕੇ 71 ਦੇ ਵਿੱਚ ਦੇਸ਼ ਨੇ 3 ਲੜਾਈਆਂ ਲੜੀਆਂ ਅਤੇ ਉਹ 2 ਵਿੱਚ ਸ਼ਾਮਲ ਸੀਗੇ।
ਤੇ ਉਹ ਉਹਨਾਂ ਕੋਲੇ ਬਹੁਤ ਸਾਰੀਆਂ ਗੱਲਾਂ ਹੁੰਦੀਆਂ। ਕਈ ਵਾਰੀ ਤਾਂ ਐਂ ਹੁੰਦਾ ਕਿ ਅਸੀਂ ਆਪ ਹੀ ਕਿ ਡੈਡੀ ਉਹ ਮਤਲਬ ਉਹ ਗੱਲ ਦੱਸੋ ਸਾਨੂੰ, ਤੇ ਉਹ ਰਿਪੀਟ ਕਰਦੇ ਆ। ਸਾਨੂੰ ਬੜਾ ਵਧੀਆ ਲੱਗਦਾ ਹੈਗਾ ਔਰ ਫਖਰ ਮਹਿਸੂਸ ਕਰਦੇ ਆ ਕਿ ਸਾਡੇ ਫਾਦਰ ਸਾਹਿਬ ਨੇ ਜੰਗਾਂ ਲੜੀਆਂ, ਇੰਨੀ ਮਿਹਨਤ ਕੀਤੀ ਔਰ ਸਾਨੂੰ ਇਸ ਕਾਬਲ ਬਣਾਇਆ ਕਿ ਅਸੀਂ ਅੱਜ ਸੁਸਾਇਟੀ ਦੇ ਵਿੱਚ ਸਿਰ ਚੱਕ ਕੇ ਤੁਰ ਸਕਦੇ ਹਾਂ। ਦੇਖੋ ਜੀ, ਐਂ ਹੈ ਕਿ ਸਾਡੀ ਜਿਹੜੀ ਫੈਮਿਲੀ ਸੀ ਉਹਦੇ ਵਿੱਚ ਮੇਰੇ ਮਾਮਾ ਜੀ ਦੋ ਸੀਗੇ, ਉਹ ਵੀ ਆਰਮੀ ਸੀਗੇ, ਔਰ ਮੇਰੇ ਤਾਇਆ ਜੀ ਵੀ ਆਰਮੀ ਸੀਗੇ। ਮਤਲਬ ਕਿ ਆਜ਼ਾਦੀ ਦੀ ਲੜਾਈ ਦੇ ਵਿੱਚ ਵੀ ਉਹਨਾਂ ਨੇ ਹਿੱਸਾ ਲਿਆ, ਤਾਇਆ ਜੀ ਨੇ, ਅਤੇ ਡੈਡੀ ਵੀ ਆਰਮੀ 'ਚ ਚਲੇ ਗਏ। ਤਾਂ ਸਾਨੂੰ ਉਹਦਾ ਇੱਕ ਇਹ ਫਾਇਦਾ ਹੋਇਆ ਕਿ ਸਾਨੂੰ ਬਹੁਤ ਕੁਛ ਦੇਖਣ ਨੂੰ ਮਿਲਿਆ। ਅਸੀਂ ਆਰਮੀ ਲਾਈਫ ਦੇਖੀ ਹੈ, ਉੱਥੇ ਅਸੀਂ ਵੱਖ-ਵੱਖ ਜਗ੍ਹਾਵਾਂ 'ਤੇ ਰਹੇ ਹਾਂ, ਔਰ ਦੇਸ਼ ਦੇ ਲਗਭਗ ਸਾਰੇ ਭਾਸ਼ਾਵਾਂ ਦੇ ਲੋਕ ਔਰ ਧਰਮਾਂ ਦੇ ਲੋਕਾਂ ਨਾਲ ਸਾਨੂੰ ਪੜ੍ਹਨ ਦਾ ਮੌਕਾ ਮਿਲਿਆ। ਉਹਦੇ ਨਾਲ ਇੱਕ ਇੰਟੀਗ੍ਰੇਸ਼ਨ ਜਿਹੜੀ ਹੋ ਗਈ ਹੈ ਸਾਡੇ ਨਾਲ, ਸਾਨੂੰ ਉਹਨਾਂ ਬਾਰੇ ਪਤਾ ਲੱਗਾ, ਸਾਨੂੰ ਪਤਾ ਲੱਗਾ, ਉਹ ਸਾਨੂੰ ਅੱਜ ਉਹ ਚੀਜ਼ਾਂ ਸਾਡੇ ਕੰਮ ਆ ਰਹੀਆਂ ਹੈਗੀਆਂ। ਜਿਵੇਂ ਮੈਂ ਹੁਣ ਇੱਕ ਐਜ਼ ਏ ਟੀਚਰ ਹੈ, ਤਾਂ ਮੇਰੇ ਸਕੂਲ ਦੇ ਵਿੱਚ ਜੋ ਇੱਕ ਇੰਟੀਗ੍ਰੇਸ਼ਨ ਦੀ ਭਾਵਨਾ, ਬੱਚਿਆਂ ਦੀਆਂ ਜਿਹੜੀਆਂ ਭਾਵਨਾ, ਕੋਈ ਕੇਸ ਜਾਤ ਕੋਈ ਕੇਸ ਜਾਤ ਉਹਨੂੰ ਅਸੀਂ ਇੱਕ ਕਰਕੇ ਅਸੀਂ ਮਤਲਬ ਸਾਡੇ ਲਈ ਉਹ ਸੌਖਾ ਹੋ ਜਾਂਦਾ। ਸਾਨੂੰ ਪਹਿਲਾਂ ਐਕਸਪੀਰੀਅੰਸ ਹੀ ਇੰਨਾ ਮਿਲ ਗਿਆ। ਦੂਜੀ ਗੱਲ, ਲੋਕ ਘੁੰਮਣ ਜਾਂਦੇ ਆ, ਜਿਵੇਂ ਹੁਣ ਪਹਾੜਾਂ 'ਤੇ ਜਾਂਦੇ ਹਾਂ, ਅਸੀਂ 3-3 ਸਾਲ ਉੱਥੇ ਰਹਿ ਕੇ ਆਏ ਹਾਂ, ਤਾਂ ਸਾਡੇ ਲਈ ਇਹ ਬਹੁਤ ਅੱਛਾ ਐਕਸਪੀਰੀਅੰਸ ਸੀ ਕਿ ਸਾਨੂੰ ਬਚਪਨ ਦੇ ਵਿੱਚ ਹੀ ਸਾਰਾ ਕੁਝ ਮਿਲ ਗਿਆ ਸੀਗਾ, ਇਸ ਤਰੀਕੇ ਦਾ ਮਾਹੌਲ। ਸੋ ਤੁਸੀਂ ਸੁਣਿਆ ਦੇਖਿਆ ਕਿ ਭਾਰਤ ਦੇ ਵੱਲੋਂ 2 ਜੰਗਾਂ ਲੜਨ ਵਾਲੇ ਇੱਕ ਪਰਿਵਾਰ ਦੇ ਨਾਲ ਗੱਲਬਾਤ ਕੀਤੀ ਆਪਾਂ ਸਾਰਿਆਂ ਦੇ ਨਾਲ, ਸੁਣਿਆ ਕਿ ਕਿਸ ਤਰ੍ਹਾਂ ਫਖਰ ਮਹਿਸੂਸ ਕਰਦਾ ਪਰਿਵਾਰ ਕਿ ਉਹਨਾਂ ਦੇ ਪਿਤਾ ਨੇ, ਉਹਨਾਂ ਦੇ ਪਰਿਵਾਰ ਨੇ ਦੇਸ਼ ਲਈ ਕੰਮ ਕੀਤਾ ਤੇ ਦੇਸ਼ ਭਗਤੀ ਦਾ ਜਜ਼ਬਾ ਉਹਨਾਂ ਦੇ ਵਿੱਚ ਕੁੱਟ-ਕੁੱਟ ਕੇ ਭਰਿਆ ਹੋਇਆ, ਤੇ ਇਸ ਦੇਸ਼ ਭਗਤੀ ਦੇ ਜਜ਼ਬੇ ਨੂੰ ਉਹ ਅੱਗੇ ਲੋਕਾਂ ਦੇ ਵਿੱਚ ਵੀ ਲੈ ਕੇ ਜਾ ਰਹੇ ਆ। ਇੱਕ ਵਾਰ ਤੁਹਾਨੂੰ ਬੇਨਤੀ ਕਰ ਦੇਵਾਂ ਕਿ ਅਗਰ ਤੁਸੀਂ ਸਾਡੇ ਚੈਨਲ ਤੇ ਅੱਜ ਨਵੇਂ ਹੋ ਤੇ ਹਾਲੇ ਤੱਕ ਸਾਡਾ ਚੈਨਲ ਫੋਲੋ ਨਹੀਂ ਕੀਤਾ ਤਾਂ ਕਿਰਪਾ ਕਰਕੇ ਇਸ ਨੂੰ ਫੋਲੋ ਕਰ ਲਓ, ਤਾਂ ਕਿ ਜਦੋਂ ਵੀ ਅਸੀਂ ਕੋਈ ਵੀਡੀਓ ਪਾਈਏ ਤਾਂ ਤੁਹਾਨੂੰ ਉਸ ਦਾ ਪਤਾ ਲੱਗ ਸਕੇ। ਸਾਡੀਆਂ ਖਬਰਾਂ, ਸਾਡਾ ਤਰੱਦਦ, ਸਾਡੀਆਂ ਕੋਸ਼ਿਸ਼ਾਂ ਅਗਰ ਤੁਹਾਨੂੰ ਚੰਗੀਆਂ ਲੱਗਦੀਆਂ ਤਾਂ ਇਹਨਾਂ ਨੂੰ ਆਪਣੇ ਦੋਸਤਾਂ ਦੇ ਨਾਲ, ਬਾਕੀ ਗਰੁੱਪਾਂ ਦੇ ਵਿੱਚ ਸ਼ੇਅਰ ਜ਼ਰੂਰ ਕਰੋ। ਨਮਸਕਾਰ ਜੀ, ਮੈਂ ਹਾਂ ਤੁਹਾਡਾ ਆਪਣਾ ਬਲਵਿੰਦਰ ਹਾਲੀ ਤੇ ਤੁਸੀਂ ਦੇਖ ਰਹੇ ਹੋ ਪੰਜਾਬ ਡਾਇਰੀ। ਅੱਜ ਸਾਡੇ ਨਾਲ ਮੌਜੂਦ ਨੇ ਸਰਦਾਰ ਗੁਰਚਰਨ ਸਿੰਘ, ਜਿਹੜੇ ਫਰੀਦਕੋਟ ਦੇ ਨਿਵਾਸੀ ਨੇ। 1971 ਦੀ ਜੰਗ ਲੜ ਚੁੱਕੇ ਨੇ, ਬੜੇ ਮੈਡਲ ਲਏ ਨੇ ਇਹਨਾਂ ਨੇ। ਆਪਾਂ ਉਹਨਾਂ ਕੋਲੇ ਪਹੁੰਚੇ ਹਾਂ ਕਿਉਂਕਿ 71 ਦੀ ਜੰਗ ਨੂੰ 50 ਸਾਲ ਹੋ ਚੁੱਕੇ ਨੇ। ਸਾਰਾ ਦੇਸ਼ ਇਸ ਦਿਨ ਨੂੰ ਮਨਾ ਰਿਹਾ, ਫੌਜ ਮਨਾ ਰਹੀ ਹੈ, ਤੇ ਇਸ ਦਿਨ ਇਹਨਾਂ ਹੀਰੋਜ਼ ਦਾ ਗੱਲ ਨਾ ਕਰੀਏ ਆਪਾਂ, ਜਿਹੜੇ ਫੌਜ ਦੇ ਹੀਰੋ ਨੇ ਜਿਨ੍ਹਾਂ ਨੇ ਜੰਗਾਂ ਦੇ ਵਿੱਚ ਹਿੱਸਾ ਲਿਆ, ਤਾਂ ਇਹ ਅਤਕਥ ਨਹੀਂ ਹੋਊਗੀ। ਇਸ ਲਈ ਅਸੀਂ ਅੱਜ ਫਰੀਦਕੋਟ ਦੇ ਵਿੱਚ ਉਹਨਾਂ ਕੋਲੇ ਪਹੁੰਚੇ ਹਾਂ ਤੇ ਪੁੱਛਦੇ ਹਾਂ ਉਹਨਾਂ ਦੀ ਜੀਵਨ ਦੇ ਵਿੱਚ ਕਿਹੜੀਆਂ-ਕਿਹੜੀਆਂ ਜੰਗਾਂ ਉਹਨਾਂ ਦੇ ਵਿੱਚ ਆਈਆਂ ਤੇ ਕਿਹੜੀਆਂ-ਕਿਹੜੀਆਂ ਜੰਗਾਂ ਦੇ ਵਿੱਚ ਉਹਨਾਂ ਨੇ ਭਾਗ ਲਿਆ, ਕੀ ਕੁਛ ਇੰਟਰਸਟਿੰਗ ਕੋਈ ਦਿਲਚਸਪ ਕਿੱਸੇ ਉੱਥੋਂ ਦੇ ਰਹੇ, ਜਾਂ ਕਿਸ ਤਰ੍ਹਾਂ ਦੇ ਉੱਥੇ ਹਾਲਾਤ ਹੁੰਦੇ ਸੀ ਜਦੋਂ ਜੰਗਾਂ ਲੱਗਦੀਆਂ। ਆਪਾਂ ਉਹਨਾਂ ਨਾਲ ਗੱਲ ਕਰਦੇ ਹਾਂ। ਸਵਾਗਤ ਕਰਦੇ ਹਾਂ ਸਰ।